ਹੈਲੋ ਸਟੂਡੈਂਟਸ, ਕਲਾਸ 12th ਇਨਵਾਇਰਮੈਂਟਲ ਐਜੂਕੇਸ਼ਨ ਸੀਰੀਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਅਮਿਤਾ, ਲੈਕਚਰਰ ਬਾਇਓਲੋਜੀ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ ਰਾਜਪੁਰਾ, ਡਿਸਟ੍ਰਿਕਟ ਪਟਿਆਲਾ। ਸਟੂਡੈਂਟਸ, ਅੱਜ ਅਸੀਂ ਚੈਪਟਰ 7th ਸਸਟੇਨੇਬਲ ਡਿਵੈਲਪਮੈਂਟ ਟਿਕਾਊ ਵਿਕਾਸ ਭਾਗ 1 ਸਟਾਰਟ ਕਰਨ ਜਾ ਰਹੇ ਹਾਂ। ਸੋ ਲੈਟਸ ਹੈਵ ਅ ਬਰੀਫ ਇੰਟਰੋਡਕਸ਼ਨ ਅਬਾਊਟ ਦਿਸ ਟੌਪਿਕ। ਸਟੂਡੈਂਟਸ, ਯੂ ਨੋ ਕਿ ਅਰਥ ਹੀ ਇੱਕ ਅਜਿਹਾ ਪਲੈਨਟ ਹੈ ਜਿਸ ਦੇ ਉੱਪਰ ਲਾਈਫ ਹੈ। ਲਾਈਫ ਇਨ ਦਾ ਫਾਰਮ ਆਫ ਪਲਾਂਟਸ ਐਂਡ ਐਨੀਮਲਸ ਇਨਕਲੂਡਿੰਗ ਹਿਊਮਨ ਬੀਇੰਗਸ। ਔਰ ਹਿਊਮਨ ਬੀਇੰਗਸ ਇਸ ਇਨਵਾਇਰਮੈਂਟ ਦਾ ਇੱਕ ਮਹੱਤਵਪੂਰਨ ਅੰਸ਼ ਹਨ। ਉਹ ਇਨਵਾਇਰਮੈਂਟ, ਉਹ ਵਾਤਾਵਰਨ ਜੋ ਮਨੁੱਖ ਦੀਆਂ ਸਾਰੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਜਿਸ ਤਰ੍ਹਾਂ ਭੋਜਨ, ਕੱਪੜਾ, ਪਾਣੀ, ਹਵਾ ਔਰ ਰਹਿਣ ਨੂੰ ਨਿਵਾਸ ਸਥਾਨ। ਇਹ ਸਾਨੂੰ ਸਾਰੀਆਂ ਮੁੱਢਲੀਆਂ ਜ਼ਰੂਰਤਾਂ ਵਾਤਾਵਰਨ ਤੋਂ ਪ੍ਰਾਪਤ ਹੁੰਦੀਆਂ ਹਨ। ਲੇਕਿਨ ਅੱਜ ਅਸੀਂ ਇੰਨੇ ਸੈਲਫ ਸੈਂਟਰਡ ਹੋ ਚੁੱਕੇ ਹਾਂ ਕਿ ਅਸੀਂ ਇਸ ਅਰਥ ਦੀ ਕੈਰਿੰਗ ਕੈਪੈਸਿਟੀ ਨੂੰ ਭੁਲਾ ਕੇ ਸਾਡੇ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਕਰਨ 'ਤੇ ਲੱਗੇ ਹੋਏ ਹਾਂ। ਔਰ ਇਹ ਦੁਰਵਰਤੋਂ ਅਸੀਂ ਵਿਕਾਸ ਦੀ ਆੜ ਦੇ ਹੇਠ ਆ ਕੇ ਕਰ ਰਹੇ ਹਾਂ। ਬੱਚਿਓ, ਕਿਸੇ ਵੀ ਦੇਸ਼ ਦਾ ਵਿਕਾਸ ਉਸ ਦੀ ਆਰਥਿਕਤਾ 'ਤੇ, ਉਸ ਦੀ ਇਕੋਨਮੀ 'ਤੇ ਨਿਰਭਰ ਕਰਦਾ ਹੈ। ਔਰ ਆਰਥਿਕ ਵਿਕਾਸ ਜਾਂ ਇਕੋਨਮੀ ਹੈ, ਉਸ ਦੇ ਦੋ ਪਹਿਲੂ ਹਨ, ਉਦਯੋਗੀਕਰਨ ਔਰ ਸ਼ਹਿਰੀਕਰਨ। ਜਿੰਨੀਆਂ ਕਿਸੇ ਸ਼ਹਿਰ ਦੇ ਵਿੱਚ ਇੰਡਸਟਰੀਜ਼ ਹੋਣਗੀਆਂ, ਜਿੰਨੀਆਂ ਕਿਸੇ ਸੂਬੇ ਦੇ ਵਿੱਚ ਇੰਡਸਟਰੀਜ਼ ਹੋਣਗੀਆਂ, ਓਨਾ ਹੀ ਉਹ ਸ਼ਹਿਰ, ਓਨਾ ਹੀ ਉਹ ਸੂਬਾ ਵੱਧ ਡਿਵੈਲਪ ਹੋਏਗਾ। ਔਰ ਉੱਥੇ ਸ਼ਹਿਰੀਕਰਨ ਹੈ, ਜਿਹੜਾ ਅਰਬਨਾਈਜੇਸ਼ਨ ਹੈ, ਉਹ ਵੀ ਬੜੀ ਤੇਜ਼ੀ ਦੇ ਨਾਲ ਵਧੇਗੀ। ਲੇਕਿਨ ਵਿਕਾਸ ਦਾ ਇਹ ਮਾਡਲ ਜਿਹੜਾ ਅਸੀਂ ਅੱਜ ਦੁਨੀਆ ਦੇ ਸਾਹਮਣੇ ਪੇਸ਼ ਕਰ ਰਹੇ ਹਾਂ, ਇਨ ਦਾ ਫਾਰਮ ਆਫ ਇੰਡਸਟਰੀਲਾਈਜੇਸ਼ਨ, ਇਨ ਦਾ ਫਾਰਮ ਆਫ ਅਰਬਨਾਈਜੇਸ਼ਨ, ਅਸੀਂ ਇਹ ਭੁੱਲ ਗਏ ਹਾਂ ਕਿ ਵਾਤਾਵਰਨ ਦੇ ਉੱਪਰ ਇਸ ਦੇ ਮਾੜੇ ਪ੍ਰਭਾਵ ਪੈ ਰਹੇ ਹਨ। ਇੱਕ ਵਾਰੀ ਸ਼੍ਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਕਿਹਾ ਸੀ, ਜਦੋਂ ਉਹਨਾਂ ਨੇ ਭਾਖੜਾ ਡੈਮ ਵਰਗੇ ਪ੍ਰੋਜੈਕਟ ਬਾਰੇ ਗੱਲ ਕੀਤੀ, ਤਾਂ ਉਹਨਾਂ ਨੇ ਕਿਹਾ ਕਿ ਇਹ ਕਦੀ ਭਾਰਤ ਦਾ, ਇਸ ਨੂੰ ਜਿਹੜਾ ਡੈਮ ਹੈ, ਇਸ ਨੂੰ ਭਾਰਤ ਦਾ ਮੰਦਰ ਕਿਹਾ ਸੀ। ਪਰੰਤੂ ਅੱਜ ਇਸ ਤਰ੍ਹਾਂ ਦੇ ਕਈ ਐਸੇ ਪ੍ਰੋਜੈਕਟ ਨੇ ਜਿਨ੍ਹਾਂ ਦਾ ਕੁਝ ਬੁੱਧੀਜੀਵੀਆਂ ਵੱਲੋਂ, ਕੁਝ ਜਿਹੜੇ ਇਨਵਾਇਰਮੈਂਟਲ ਲਵਰਸ, ਜਿਹੜੇ ਵਾਤਾਵਰਨ ਪ੍ਰੇਮੀ ਨੇ, ਉਹਨਾਂ ਵੱਲੋਂ ਇਹਨਾਂ ਪ੍ਰੋਜੈਕਟਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜੋ ਵਿਰੋਧ ਹੋ ਰਿਹਾ ਹੈ, ਕਿ ਇਹ ਲੋਕ ਵਿਕਾਸ ਨਹੀਂ ਚਾਹੁੰਦੇ? ਐਸਾ ਬਿਲਕੁਲ ਵੀ ਨਹੀਂ ਹੈ। ਲੇਕਿਨ ਉਹ ਇੱਕ ਕੁਐਸਚਨ ਸਾਡੇ ਸਾਹਮਣੇ ਰੇਜ਼ ਕਰ ਰਹੇ ਨੇ ਕਿ ਵਿਕਾਸ ਕਿਸ ਕੀਮਤ 'ਤੇ? ਕੀ ਅਸੀਂ ਇਸ ਕੀਮਤ ਦੇ ਉੱਤੇ ਵਿਕਾਸ ਚਾਹਾਂਗੇ ਕਿ ਸਾਡੀ ਧਰਤੀ ਦੇ ਉੱਤੇ ਲਗਾਤਾਰ ਗਲੋਬਲ ਵਾਰਮਿੰਗ ਵੱਧਦੀ ਰਹੇ, ਧਰਤੀ ਦਾ ਤਾਪਮਾਨ ਵੱਧਦਾ ਰਹੇ, ਜਾਂ ਕਿਤੇ ਹੜ੍ਹ ਆਉਂਦੇ ਰਹਿਣ, ਹੜ੍ਹਾਂ ਦੇ ਨਾਲ ਜਾਨੀ ਮਾਨੀ ਨੁਕਸਾਨ ਹੁੰਦਾ ਰਹੇ, ਠੀਕ ਹੈ, ਜਾਂ ਕਿਤੇ ਸੋਕੇ ਪੈਂਦੇ ਰਹਿਣ, ਕਿਸਾਨ ਖੁਦਕੁਸ਼ੀਆਂ ਕਰਦਾ ਰਹੇ? ਅਗਰ ਇਸ ਕੀਮਤ ਦੇ ਉੱਤੇ ਅਸੀਂ ਵਿਕਾਸ ਦੀ ਆਸ ਰੱਖਦੇ ਹਾਂ ਤਾਂ ਉਹ ਬਿਲਕੁਲ ਗਲਤ ਹੈ। ਸੋ ਬੇਟੇ, ਫਿਰ ਇੱਥੇ comes in picture the sustainable development, ਟਿਕਾਊ ਵਿਕਾਸ। ਸਾਨੂੰ ਟਿਕਾਊ ਵਿਕਾਸ ਦੇ ਸਿਧਾਂਤ ਨੂੰ ਅਪਣਾਉਣਾ ਪਏਗਾ, ਕਿਉਂਕਿ ਅਸੀਂ ਵਿਕਾਸ ਤੋਂ ਵੀ ਮੂੰਹ ਨਹੀਂ ਮੋੜ ਸਕਦੇ, ਠੀਕ ਹੈ। ਅਗਰ ਅਸੀਂ ਇਸ ਸੰਸਾਰ ਦੇ ਵਿੱਚ ਹਰ ਇੱਕ ਦੇਸ਼ ਦੇ ਨਾਲ ਆਪਣੀ ਬਰਾਬਰੀ ਕਰਨੀ ਹੈ, ਠੀਕ ਹੈ, ਕੰਧੇ ਨਾਲ ਕੰਧਾ ਮਿਲਾ ਕੇ ਚੱਲਣਾ ਹੈ, ਤਾਂ ਸਾਨੂੰ ਡਿਵੈਲਪ ਵੀ ਹੋਣਾ ਪਏਗਾ, ਆਰਥਿਕ ਪੱਖੋਂ ਵੀ ਡਿਵੈਲਪ ਹੋਣਾ ਪਏਗਾ। ਲੇਕਿਨ ਅਸੀਂ ਉਸ ਦੇ ਨਾਲ ਨਾਲ ਵਾਤਾਵਰਨ ਦਾ ਵੀ ਖਿਆਲ ਰੱਖਣਾ ਹੈ। ਉਹਦੇ ਵਾਸਤੇ ਸਾਨੂੰ ਸਸਟੇਨੇਬਲ ਡਿਵੈਲਪਮੈਂਟ ਦਾ ਪ੍ਰਿੰਸੀਪਲ ਫੋਲੋ ਕਰਨਾ ਪਏਗਾ। ਹੁਣ ਟਿਕਾਊ ਵਿਕਾਸ, ਟਿਕਾਊ ਦਾ ਮਤਲਬ ਉਹ ਜੋ ਜਾਰੀ ਰਹੇ, ਕਦੇ ਘਟੇ ਨਾ, ਮਿਲਦਾ ਰਹੇ ਔਰ ਬਿਨਾਂ ਰੁਕਾਵਟ ਤੋਂ ਵੱਧਦਾ ਫੁੱਲਦਾ ਰਹੇ। ਵਿਕਾਸ ਦਾ ਮਤਲਬ ਸੁਧਰਨਾ ਔਰ ਹੋਰ ਵਧੀਆ ਹਾਲਾਤ ਲਿਆਣੇ, ਠੀਕ ਹੈ। ਸੋ ਟਿਕਾਊ ਵਿਕਾਸ ਉਸ ਟਾਈਪ ਦਾ ਵਿਕਾਸ ਹੋਣਾ ਚਾਹੀਦਾ ਹੈ ਜੋ ਸਾਡੇ ਲਈ ਵੀ, ਐਟ ਪ੍ਰੈਜ਼ੈਂਟ ਵੀ, ਔਰ ਆਉਣ ਵਾਲੀਆਂ ਪੀੜ੍ਹੀਆਂ ਦੇ ਫਿਊਚਰ ਲਈ ਵੀ ਕਿਸੇ ਕਿਸਮ ਦਾ ਕੰਪਰੋਮਾਈਜ਼ ਨਾ ਕਰਨਾ ਪਏ। ਉਸ ਨੂੰ ਅਸੀਂ ਕਹਿੰਦੇ ਹਾਂ ਟਿਕਾਊ ਵਿਕਾਸ। ਹੁਣ ਟਿਕਾਊ ਵਿਕਾਸ ਦੀਆਂ ਬਹੁਤ ਅਲੱਗ-ਅਲੱਗ ਆਰਗੇਨਾਈਜੇਸ਼ਨਸ ਨੇ ਅਲੱਗ-ਅਲੱਗ ਡੈਫੀਨੇਸ਼ਨਸ ਦਿੱਤੀਆਂ ਨੇ, ਜਿਸ ਤਰ੍ਹਾਂ IUCN, ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੈਚੁਰਲ ਰਿਸੋਰਸਿਸ,
और UNEP कई बार बेटे फुल फॉर्म भी पूछ ली जाती है, यूनाइटेड नेशन इन्वायरमेंटल प्रोग्राम्स, WWF, वर्ल्ड वाइल्ड फंड। इन्होंने की टिकाऊ विकास की परिभाषा दी है कि टिकाऊ विकास सहारा देने वाले परिस्थितिक प्रबंध ਜਿਹੜੇ ਕਿ ਸਾਡੀਆਂ ਹਰ ਇੱਕ ਜ਼ਰੂਰਤਾਂ ਪੂਰੀਆਂ ਕਰ ਰਹੇ ਨੇ, ਪ੍ਰਸਥਿਤਿਕ ਪ੍ਰਬੰਧ ਉਹਨਾਂ ਦੀ ਸਹਿਣਯੋਗ ਸਮਰੱਥਾ ਦੀ ਹੱਦ ਵਿੱਚ ਰਹਿ ਕੇ ਹੋਣਾ ਚਾਹੀਦਾ ਹੈ। ਨੈਸ਼ਨਲ ਰਿਸਰਚ ਕਾਉਂਸਿਲ ਨੇ ਕਿਹਾ ਕਿ ਸੰਸਾਰ ਵਿਚਲੀ ਸਾਂਭ ਸੰਭਾਲ ਦੀ ਨੀਤੀ ਕਿਸੇ ਸਰੋਤ ਦੀ ਵਰਤੋਂ ਦੇ ਪ੍ਰਬੰਧਨ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਕੀ ਮਤਲਬ ਹੈ ਕਿ ਜਦੋਂ ਵੀ ਨੀਤੀਆਂ ਘੜੀਆਂ ਜਾਂਦੀਆਂ ਨੇ ਤਾਂ ਉਹਦੇ ਵਿੱਚ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਨੇ ਉਹਨਾਂ ਦੀ ਮੈਨੇਜਮੈਂਟ ਕਿਵੇਂ ਕਰਨੀ ਹੈ ਉਹ ਵੀ ਉਸ ਨੀਤੀ ਦੇ ਵਿੱਚ ਕਲੀਅਰ ਕੱਟ ਲਿਖਿਆ ਹੋਣਾ ਚਾਹੀਦਾ ਹੈ। WWF ਦੇ ਅਕੋਰਡਿੰਗਲੀ ਸਸਟੇਨੇਬਲ ਡਿਵੈਲਪਮੈਂਟ ਕੀ ਹੈ ਕਿ ਮਨੁੱਖੀ ਜ਼ਿੰਦਗੀ ਦੀ ਸਹਾਰਾ ਦੇਣ ਵਾਲੇ ਪ੍ਰਸਥਿਤਿਕ ਪ੍ਰਬੰਧ, ਜਿਹੜਾ ਇਨਵਾਇਰਮੈਂਟ ਇਕੋਲੋਜੀਕਲ ਸਿਸਟਮ ਸਾਨੂੰ ਸਹਾਰਾ ਦੇ ਰਿਹਾ ਹੈ, ਉਸ ਦੀ ਸਹਿਣਯੋਗ ਸਮਰੱਥਾ ਦਾ ਧਿਆਨ ਰੱਖ ਕੇ ਵਿਕਾਸ ਕਰਨਾ ਚਾਹੀਦਾ ਹੈ। क्लियर? सो अलग अलग डेफिनेशंस ने टिकाऊ विकास दियाँ। ओके, नाउ सस्टेनेबल डिवेलपमेंट फॉलोज 3E रूल, 3 टाइप दियाँ E दा सिद्धांत। इकोनमी फर्स्ट E यानी कि आर्थिकता, इकोलॉजी सेकंड E यानी कि परिस्थितिक प्रबंध, इक्विटी या इक्वालिटी थर्ड E बराबरता। अगर टिकाऊ विकास के सिद्धांत को फॉलो करना है, टिकाऊ विकास किसी देश ने करना है तो उसनों ये तीन E ने जड़ियाँ ये फॉलो करनियाँ पैणगियाँ। इकोनमी दे वधन दे नाल उसनों अपनी इकोलॉजी का भी ध्यान रखना पेगा और हर एक लोगों दे विच जिहड़े विकास के नाल फायदे हो रहे ने वो बराबरी दे, हर एक लोग जिहड़े है जनता नूं बराबरी का अधिकार मिलना चाहिए है, उन्होंने बराबर के फायदे होने चाहिए ने। ये नहीं कि विकास इस तरीके का हो रहा है कि गरीब गरीब हो रहा है और अमीर अमीर हो रहा है, उसनूं असीं टिकाऊ विकास नहीं कह सकते। क्लीयर? सो 3E का सिद्धांत। हुण 3E का सिद्धांत ਨੂੰ ਕੰਪੇਅਰ ਕੀਤਾ ਗਿਆ 3 ਲੈਗਸ ਸਟੂਲ ਦੇ ਨਾਲ। ਇਸ ਤਰ੍ਹਾਂ ਦਾ ਸਟੂਲ ਤੁਸੀਂ ਜ਼ਰੂਰ ਦੇਖਿਆ ਹੋਵੇਗਾ। ਅਗਰ ਇੱਕ ਵੀ ਇਹਦੀ ਲੈਗ ਲੂਜ਼ ਹੋ ਜਾਵੇ ਜਾਂ क्रैक हो जाए तो ये स्टूल स्टेबल नहीं होएगा, ये बैठन दे लायक नहीं होएगा। सो फर्स्ट जिहड़ी लैग है उसनूं असीं की कह सकते हैं कि यह इकोनमी है, ठीक है। सैकेंड लैग नूं असीं की कह सकते हाँ, इकोलॉजी है। थर्ड लैग नूं असीं की कह सकते हाँ, इक्वैलिटी है, ठीक है। सो सस्टेनेबल डिवेलपमेंट इज़ लाइक द 3-legged stool which can be stable only if all the 3 legs are strong. Okay, now sustainable development ਦੇ ਕੀ ਸਿੰਪਟਮਸ ਨੇ, ਕੀ ਲੱਛਣ ਹੁੰਦੇ ਨੇ, ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਹਾਂ ਇਸ ਦੇਸ਼ ਦੇ ਵਿੱਚ ਸਸਟੇਨੇਬਲ ਡਿਵੈਲਪਮੈਂਟ ਹੋ ਰਹੀ ਹੈ। ਉਹਨੂੰ ਅਸੀਂ ਸਸਟੇਨੇਬਲ ਡਿਵੈਲਪਮੈਂਟ ਕਹਾਂਗੇ ਜਿੱਥੇ ਵਾਤਾਵਰਣ ਦੀ ਗੁਣਵੱਤਾ ਦਾ ਧਿਆਨ ਰੱਖਿਆ ਗਿਆ ਹੈ, ਕੁਆਲਿਟੀ ਆਫ ਇਨਵਾਇਰਮੈਂਟ ਦਾ ਧਿਆਨ ਰੱਖਿਆ ਗਿਆ ਹੈ, ठीक है। मनुखी क्रियावां, ह्यूमन एक्टिविटीज़ एंड नैचुरल जिहड़ी साडी नेचर है उहदे विच संतुलन बनिया होया है तो सस्टेनेबल डिवेलपमेंट है, ठीक है। हर एक दी भागीदारी बराबर है, हर एक दी आज़ादी बराबर है, सस्टेनेबल डिवेलपमेंट है। लोकां नूं अपने आप रिस्पोंसिबल ने कि असी अपनी धरती की संभाल किवें करनी है तो असी कहांगे वो देश है जिहड़ा सस्टेनेबल डिवेलपमेंट की राह दे उत्ते तुरिया होया है। ओके, सो बहुत ही ब्यूटीफुल लाइन्स लिखिया हुई ने बेटे, तुसी पढ़ के देखो कि लिखा है कि इंसानियत नूं कुदरत तो वो कुछ नहीं लेना चाहिए जिस नूं कुदरत दोबारा ना बना सके। जिहड़े साडे कुदरती सोमे ने उन्हां नूं बनन लई हज़ारां साल लगे ने, लखां साल, और असीं उन्हां दी इन्नी फास्ट जिहड़ी है मिसयूज़ कर रहे हैं। हो सकता है कि वो आने वाले लखां साल दे विच दोबारा ना बन पान। सो सानू उन्हां दी इस तरह नाल वरतों करनी चाहिए है ताकि साडियां आने वालियां पीढ़ियां भी उन्हां कुदरती स्रोतां दा आनंद मान सकन, ठीक है। सो टिकाऊ विकास तो भाव आर्थिक अते समाजिक विकास के अजिहे ढंग नाल प्राप्ति है जिस नाल किसी देश के कुदरती साधन समाप्त ना होण। सस्टेनेबल डिवेलपमेंट करो लेकिन उहदे नाल तुहाडा इन्वायरमेंट, साडे नैचुरल रिसोर्सिस ने जिहड़े वो खराब नहीं होने चाहिए,
ठीक है। सो कोई भी विकास है ਉਹ ਟਿਕਾਊ ਤਾਂ ਹੀ ਕਹਾਏਗਾ ਜੇ ਅਸੀਂ ਇਕੋਲੋਜੀਕਲ ਸਿਸਟਮ ਨੂੰ ਸੀਮਾ ਦੇ ਵਿੱਚ ਰੱਖ ਕੇ, ਉਸ ਨੂੰ ਧਿਆਨ ਦੇ ਵਿੱਚ ਰੱਖ ਕੇ, ਉਸ ਨੂੰ ਮੈਨੇਜ ਕਰਕੇ ਅੱਗੇ ਵਧਦੇ ਹਾਂ। ਕਲੀਅਰ। ਸੋ ਬੇਟੇ ਇਸ ਚੈਪਟਰ ਦੇ ਵਿੱਚ ਤੁਸੀਂ ਦੇਖੋਗੇ ਬਾਰ-ਬਾਰ ਇੱਕੋ ਹੀ ਗੱਲ ਰਿਪੀਟ ਕੀਤੀ ਜਾ ਰਹੀ ਹੈ ਕਿ ਤੁਸੀਂ ਜਿੰਨੀ ਮਰਜ਼ੀ ਡਿਵੈਲਪਮੈਂਟ ਕਰੋ ਦੈਟ ਇਜ਼ ਵੈਰੀ ਗੁੱਡ, ਲੇਕਿਨ ਇਨਵਾਇਰਮੈਂਟ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਸਾਡੇ ਜਿਹੜੇ ਬੇਸ਼ਕੀਮਤੀ ਕੁਦਰਤੀ ਸਰੋਤ ਨੇ ਉਹਨਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਓਕੇ, ਨਾਓ ਕਮਸ ਇਨ ਪਿਕਚਰ ਦਾ ਕੰਜ਼ੰਪਸ਼ਨ, ਖਪਤ। ਕਿ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਚੀਜ਼ਾਂ ਦੀ ਦੁਰਵਰਤੋਂ ਹੋ ਰਹੀ ਹੈ, ਵਰਤੋਂ ਨੂੰ ਅਸੀਂ ਕਹਿੰਦੇ ਹਾਂ ਖਪਤ। ਠੀਕ ਹੈ। ਹੁਣ ਅਸੀਂ ਕਿਹੜੀਆਂ ਚੀਜ਼ਾਂ ਦੀ ਖਪਤ ਕਰਦੇ ਹਾਂ? ਸਾਡੀਆਂ ਬੇਸਿਕ ਨੀਡਸ ਕੀ ਨੇ? ਰੋਟੀ ਸਾਡੀ ਬੇਸਿਕ ਨੀਡ ਹੈ, ਕੱਪੜਾ ਸਾਡਾ ਬੇਸਿਕ ਨੀਡ ਹੈ, ਰਹਿਣ ਨੂੰ ਨਿਵਾਸ ਸਥਾਨ ਸਾਡੀ ਬੇਸਿਕ ਨੀਡ ਹੈ, ਸ਼ੁੱਧ ਹਵਾ ਸਾਡੀ ਬੇਸਿਕ ਨੀਡ ਹੈ, ਪਾਣੀ ਸਾਡੀ ਬੇਸਿਕ ਨੀਡ ਹੈ। ਇਹ ਸਾਰੀਆਂ ਚੀਜ਼ਾਂ ਸਾਨੂੰ ਜਿਹੜੀਆਂ ਹੈ ਇਸ ਕੁਦਰਤ ਤੋਂ ਮਿਲ ਰਹੀਆਂ ਨੇ। ਲੇਕਿਨ ਹਿਊਮਨ ਐਕਟੀਵਿਟੀਜ਼ ਦੇ ਨਾਲ ਅਸੀਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਚੀਜ਼ਾਂ ਦੀ ਵਰਤੋਂ ਕਰ ਰਹੇ ਹਾਂ, ਠੀਕ ਹੈ, ਉਹ ਵਾਤਾਵਰਨ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਸਾਡਾ ਪੈਟਰਨ ਕੀ ਹੈ ਕੰਜ਼ੰਪਸ਼ਨ ਦਾ? ਤੁਸੀਂ ਦੇਖੋ ਹੁਣ ਸਮੁੰਦਰਾਂ ਦੇ ਵਿੱਚੋਂ ਮੱਛੀ ਪਾਲਣ ਕੀਤਾ ਜਾਂਦਾ ਹੈ, ਠੀਕ ਹੈ, ਲੇਕਿਨ ਕੰਜ਼ੰਪਸ਼ਨ ਹੋ ਰਹੀ ਹੈ ਫਿਸ਼ ਦੀ, ਲੇਕਿਨ ਇਹਦੇ ਨਾਲ ਪਾਣੀ ਦੇ ਸੋਮੇ ਵੀ ਖਰਾਬ ਹੋ ਰਹੇ ਨੇ। ਜਲੀ ਜਿਹੜਾ ਐਕੁਐਟਿਕ ਸਿਸਟਮ ਹੈ ਸਾਡਾ ਉਹ ਵੀ ਡਿਸਟਰਬ ਹੋ ਰਿਹਾ। ਜੰਗਲ ਕੱਟੇ ਜਾ ਰਹੇ ਨੇ ਖਪਤ ਵਾਸਤੇ, ਇਮਾਰਤਾਂ ਬਣਾਉਣ ਵਾਸਤੇ, ਇਮਾਰਤੀ ਲੱਕੜੀ ਵਾਸਤੇ, ਲੇਕਿਨ ਇਹ ਪੈਟਰਨ ਅੱਛਾ ਨਹੀਂ ਹੈ ਕੰਜ਼ੰਪਸ਼ਨ ਦਾ। ਕੋਲੇ ਦੀਆਂ ਖਦਾਨਾਂ ਦੇ ਵਿੱਚੋਂ ਲਗਾਤਾਰ ਕੋਲਾ ਕੱਢਿਆ ਜਾ ਰਿਹਾ। ਕੋਲੇ ਦੇ ਇੱਕ ਤਾਂ ਕੋਲੇ ਦੀਆਂ ਖਦਾਨਾਂ ਨੇ ਜਿਹੜੀਆਂ ਉਹ ਖਤਮ ਹੋ ਰਹੀਆਂ, ਜਿਹੜੀਆਂ ਕਿ ਬੇਸ਼ਕੀਮਤੀ ਨੇ, ਲੱਖਾਂ ਸਾਲ ਲੱਗ ਗਏ ਪਥਰਾਟ ਬਾਲਣਾਂ ਨੂੰ ਬਲਣ ਵਾਸਤੇ। ਔਰ ਦੂਸਰਾ, ਜਦੋਂ ਇਹਨਾਂ ਦੀ ਦੁਰਵਰਤੋਂ ਹੋ ਰਹੀ ਹੈ, ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ ਇਹਨਾਂ ਦੇ ਬਲਣ ਨਾਲ, ਗ੍ਰੀਨ ਹਾਊਸ ਇਫੈਕਟ ਹੁੰਦਾ ਹੈ। ਸੋ ਮਨੁੱਖੀ ਕਿਰਿਆਵਾਂ ਕਿਸ ਤਰ੍ਹਾਂ ਦੇ ਨਾਲ ਮਨੁੱਖ ਇਹਨਾਂ ਕੁਦਰਤੀ ਸੋਮਿਆਂ ਦੀ ਖਪਤ ਕਰਦਾ ਹੈ, ਉਹ ਡਿਪੈਂਡ ਕਰਦਾ ਕਿ ਇਨਵਾਇਰਮੈਂਟ ਦੇ ਉੱਪਰ ਕੀ ਇੰਪੈਕਟ ਪੈਣਗੇ। ਹੁਣ ਇੱਕ ਬਹੁਤ ਹੀ ਫੇਮਸ ਇਨਵਾਇਰਮੈਂਟਲਿਸਟ ਐਡਵੋਕੇਟ ਨੇ ਡੈਨਿਸ ਹੇਜ਼, ਉਹਨਾਂ ਨੇ ਕਿਹਾ ਕਿ ਮੈਨੂੰ ਹੁਣ ਸਿਰਫ ਇੱਕੋ ਹੀ ਉਮੀਦ ਰਹਿ ਗਈ ਹੈ ਖਪਤਕਾਰਾਂ 'ਤੇ, ਕਿ ਖਪਤਕਾਰ ਕਿਸ ਤਰੀਕੇ ਦੇ ਨਾਲ ਕੁਦਰਤੀ ਸੋਮਿਆਂ ਨੂੰ ਖਤਮ ਕਰਦੇ ਨੇ। ਅਗਰ ਉਹ ਸਮਝਦਾਰੀ ਨਾਲ ਇਹਨਾਂ ਦਾ ਯੂਜ਼ ਕਰਦੇ ਨੇ ਤਾਂ ਇਸ ਗ੍ਰਹਿ ਨੂੰ ਬਚਾਇਆ ਜਾ ਸਕਦਾ ਹੈ, ਇਸ ਪਲੈਨਟ ਨੂੰ ਬਚਾਇਆ ਜਾ ਸਕਦਾ ਹੈ, ਠੀਕ ਹੈ। ਨਹੀਂ ਤਾਂ ਇਹ ਧਰਤੀ ਹੈ ਜਿਹੜੀ ਉਹ ਹੁਣ ਖਤਰੇ ਦੀ ਕਗਾਰ 'ਤੇ ਖੜੀ ਹੈ। ਓਕੇ, ਖਪਤ ਦੀ ਬਣਤਰ। ਹੁਣ ਅਸੀਂ ਦੇਖਦੇ ਹਾਂ ਕਿ ਖਪਤ ਦੀ ਬਣਤਰ ਕਿਹੋ ਜਿਹੀ ਹੋਣੀ ਚਾਹੀਦੀ ਹੈ ਫਿਰ, ਜਿਸ ਦੇ ਨਾਲ ਅਸੀਂ ਆਪਣੇ ਪਲੈਨਟ ਨੂੰ ਬਚਾ ਸਕੀਏ। ਅਸੀਂ ਪਹਿਲਾਂ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਦੀ ਗੱਲ ਕੀਤੀ ਕਿ ਰੋਟੀ, ਪਾਣੀ, ਹਵਾ, ਕੱਪੜੇ, ਭੋਜਨ, ਨਿਵਾਸ ਸਥਾਨ, ਇਹ ਸਾਡੀਆਂ ਬੇਸਿਕ ਨੀਡਸ ਨੇ। ਲੇਕਿਨ ਜਦੋਂ ਬੇਸਿਕ ਨੀਡਸ ਸਾਡੀਆਂ ਆਮਦਨ ਵੱਧ ਜਾਂਦੀ ਹੈ, ਠੀਕ ਹੈ, ਤਾਂ ਇਹ ਬੇਸਿਕ ਨੀਡਸ ਨੇ ਜਿਹੜੀਆਂ ਇਹ ਵੱਧ ਜਾਂਦੀਆਂ ਨੇ, ਠੀਕ ਹੈ। ਹੁਣ ਜਿਵੇਂ ਕੋਈ ਸਾਈਕਲ 'ਤੇ ਵੀ ਆਪਣਾ ਕੰਮ ਕਰ ਆਏਗਾ ਮਾਰਕੀਟ 'ਤੇ ਜਾ ਕੇ, ਲੇਕਿਨ ਅਗਰ ਕੋਈ ਆਰਥਿਕ ਪੱਖੋਂ ਬਹੁਤ ਡਿਵੈਲਪ ਹੋ ਗਿਆ ਤਾਂ ਉਹ ਕਾਰ ਚੁੱਕ ਲੇਗਾ ਆਪਣੀ ਕਿ ਮੈਂ ਕਾਰ 'ਤੇ ਜਾਵਾਂਗਾ, ਠੀਕ ਹੈ। ਕਿਸੇ ਜਿਹੜਾ ਹੈ ਕੋਈ ਦਰਖਤਾਂ ਦੀ ਜਿਹੜੀ ਠੰਡੀ ਛਾਂ ਔਰ ਪਿਓਰ ਏਅਰ ਦੇ ਵਿੱਚ ਜਿਹੜਾ ਹੈ ਸੋਣਾ ਪਸੰਦ ਕਰਦਾ ਹੈ, ਲੇਕਿਨ ਇੱਕ ਪੈਰਲਰ ਅਸੀਂ ਦੇਖਦੇ ਹਾਂ ਕਿ ਇੱਕ ਏਸੀ ਦੇ ਵਿੱਚ ਸੋ ਰਿਹਾ, ਕਿਉਂਕਿ ਉਸਦਾ ਆਰਥਿਕ ਔਰ ਉਹਦਾ ਪਿਛੋਕੜ ਵੀ ਜਿਹੜਾ ਹੈ ਇਸ ਵਾਸਤੇ ਰਿਸਪੌਂਸੀਬਲ ਹੈ ਕਿ ਉਸਦੀਆਂ ਕਿਸ ਟਾਈਪ ਦੀਆਂ ਕੰਡੀਸ਼ਨਸ ਨੇ। ਸੋ ਉਹਦਾ ਪੈਟਰਨ ਅਲੱਗ ਹੈ ਰਿਸੋਰਸਿਸ ਨੂੰ ਯੂਜ਼ ਕਰਨ ਦਾ। ਜਿਹੜਾ ਇੱਕ ਵਿਅਕਤੀ ਆਰਥਿਕ ਪੱਖੋਂ ਮਜ਼ਬੂਤ ਹੈ, ਉਹਦਾ ਜਿਹੜਾ ਸਰੋਤਾਂ ਨੂੰ ਵਰਤਣ ਦਾ ਢੰਗ ਹੋਰ ਤਰੀਕੇ ਦਾ। ਇੱਕ ਜਿਹੜਾ ਐਵਰੇਜ ਮੈਨ ਹੈ, ਠੀਕ ਹੈ, ਕਾਮਨ ਮੈਨ ਹੈ, ਉਹਦਾ ਰਿਸੋਰਸਿਸ ਨੂੰ ਯੂਜ਼ ਕਰਨ ਦਾ ਢੰਗ ਡਿਫਰੈਂਟ ਹੈ। ਸੋ ਕੰਜ਼ੰਪਸ਼ਨ ਪੈਟਰਨ 'ਤੇ ਵੀ ਡਿਪੈਂਡ ਕਰਦਾ ਹੈ ਕਿ ਸਾਡੇ ਵਾਤਾਵਰਨ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ, ਠੀਕ ਹੈ। ਸੋ ਵਾਤਾਵਰਨ ਦੀ ਗੁਣਵੱਤਾ ਦਾ ਨਸ਼ਟ ਹੋਣਾ, ਕਈ ਵਾਰੀ ਕਿਹਾ ਜਾਂਦਾ ਹੈ ਕਿ ਵੱਧ ਵਸੋਂ ਹੈ ਤਾਂ ਵਾਤਾਵਰਨ ਦੀ ਗੁਣਵੱਤਾ, ਕੁਆਲਿਟੀ ਜਿਹੜੀਆਂ ਇਨਵਾਇਰਮੈਂਟ ਦੀ ਉਹ ਖਰਾਬ ਹੋ ਜਾਏਗੀ। ਲੇਕਿਨ ਐਸਾ ਵੀ ਬਿਲਕੁਲ ਸਹੀ ਨਹੀਂ ਹੁੰਦਾ ਬੇਟੇ। ਅਮਰੀਕਾ ਦੀ ਪਾਪੂਲੇਸ਼ਨ ਸਾਡੇ ਤੋਂ 3 ਗੁਣਾ ਘੱਟ ਹੈ, ਠੀਕ ਹੈ, ਲੇਕਿਨ ਉਹ ਕੁਦਰਤੀ ਸਰੋਤਾਂ ਦਾ 25% ਯੂਜ਼ ਕਰ ਰਹੇ ਨੇ, ਜਦਕਿ ਭਾਰਤ ਸਿਰਫ 3% ਯੂਜ਼ ਕਰ ਰਿਹਾ ਹੈ। ਹਾਲਾਂਕਿ ਭਾਰਤ ਦੀ ਪਾਪੂਲੇਸ਼ਨ ਅਮਰੀਕਾ ਨਾਲੋਂ ਬਹੁਤ ਜ਼ਿਆਦਾ ਹੈ, ਠੀਕ ਹੈ। ਸੋ ਅਸਲੀ ਵਿਸ਼ਾ ਕੀ ਹੈ? ਖਪਤ ਨਹੀਂ ਹੈ,
ਪੈਟਰਨ ਹੈ ਖਪਤ ਦਾ, ਖਪਤ ਦੀ ਬਣਤਰ ਕਿਸ ਤਰ੍ਹਾਂ ਦੀ ਹੈ। ਕਲੀਅਰ। ਸੋ ਮਹਾਤਮਾ ਗਾਂਧੀ ਜੀ ਨੇ ਕਿਹਾ ਕਿ ਸੱਭਿਅਤਾ ਅਸਲੀ ਅਰਥਾਂ ਦੇ ਵਿੱਚ ਜਨਸੰਖਿਆ ਦੇ ਵਧਣ ਨਾਲ ਨਹੀਂ, ਬਲਕਿ ਆਪਣੀ ਇੱਛਾ ਨਾਲ ਆਪਣੀਆਂ ਜ਼ਰੂਰਤਾਂ ਨੂੰ ਘਟਾਉਣ ਵਿੱਚ ਹੈ। ਉਸ ਨੂੰ ਅਸੀਂ ਸੱਭਿਅਤਾ ਦਾ ਨਾਮ ਦੇ ਸਕਦੇ ਹਾਂ। ਨਾਓ 1994 ਦੇ ਵਿੱਚ ਓਸਲੋ, ਨਾਰਵੇ ਦੀ ਕੈਪੀਟਲ ਹੈ ਓਸਲੋ, ਉੱਥੇ ਇੱਕ ਸਿੰਪੋਜ਼ੀਅਮ ਹੋਇਆ। ਫਸਟ ਟਾਈਮ 1994 ਵਿੱਚ ਹੋਇਆ ਔਰ ਬਾਅਦ ਵਿੱਚ ਹਰ 5 ਸਾਲ ਬਾਅਦ 10 ਸਾਲ ਬਾਅਦ ਇਹ ਸਿੰਪੋਜ਼ੀਅਮ ਕਰਵਾਏ ਜਾਂਦੇ ਨੇ ਰਿਗਾਰਡਿੰਗ ਇਨਵਾਇਰਮੈਂਟ। ਸੋ ਉਹਨਾਂ ਨੇ ਕਿਹਾ ਕਿ ਟਿਕਾਊ ਖਪਤ, ਹੁਣ ਇੱਥੇ ਪਿਕਚਰ ਵਿੱਚ ਆ ਗਈ ਟਿਕਾਊ ਖਪਤ। ਜਿਸ ਤਰ੍ਹਾਂ ਅਸੀਂ ਕਿਹਾ ਸੀ ਸਸਟੇਨੇਬਲ ਡਿਵੈਲਪਮੈਂਟ, ਟਿਕਾਊ ਵਿਕਾਸ, ਇਸੇ ਤਰ੍ਹਾਂ ਖਪਤ ਵੀ ਟਿਕਾਊ ਹੋਣੀ ਚਾਹੀਦੀ ਹੈ। ਟਿਕਾਊ ਖਪਤ ਇੱਕ ਛਤਰੀ ਦੀ ਤਰ੍ਹਾਂ ਹੈ ਜਿਸ ਦੇ ਨਾਲ ਅਸੀਂ ਜ਼ਰੂਰਤਾਂ ਦੀ ਪੂਰਤੀ ਕਰ ਸਕਦੇ ਹਾਂ, ਜੀਵਨ ਦੀ ਗੁਣਵੱਤਾ ਨੂੰ ਬਰਕਰਾਰ ਰੱਖ ਸਕਦੇ ਹਾਂ। ਅਗਰ ਖਪਤ ਟਿਕਾਊ ਹੈ ਤਾਂ ਕੁਆਲਿਟੀ ਆਫ ਲਾਈਫ ਇਨਕਰੀਜ਼ ਹੋ ਸਕਦੀ ਹੈ। ਠੀਕ ਹੈ, ਸਾਡੇ ਕੁਦਰਤੀ ਸਾਧਨਾਂ ਦੀ ਐਫੀਸ਼ੀਐਂਸੀ ਵੱਧ ਸਕਦੀ ਹੈ। ਠੀਕ ਹੈ, ਉਹਨਾਂ ਦੀ ਦੁਰਵਰਤੋਂ ਘਟ ਸਕਦੀ ਹੈ। ਵਿਅਰਥ ਪਦਾਰਥਾਂ ਦਾ ਘੱਟ ਤੋਂ ਘੱਟ ਨਿਕਾਸ ਹੋ ਸਕਦਾ ਹੈ ਜੇ ਟਿਕਾਊ ਖਪਤ ਕਰ ਰਹੇ ਹਾਂ ਤਾਂ। ਬਰਾਬਰੀ ਦੇ ਮੌਕਿਆਂ ਦਾ ਧਿਆਨ ਰੱਖਿਆ ਜਾਏ, ਇਕੁਐਲਿਟੀ ਜਿਹੜੀ ਹੈ ਦੈਟ ਇਜ਼ ਵੈਰੀ ਇੰਪੋਰਟੈਂਟ। ਠੀਕ ਹੈ, ਸੋ ਇਹ ਓਸਲੋ ਸਿੰਪੋਜ਼ੀਅਮ ਦੇ ਵਿੱਚ ਦੱਸਿਆ ਗਿਆ। ਹੁਣ ਮੈਂ ਤੁਹਾਨੂੰ ਇੱਕ ਅਨਟਿਕਾਊ ਖਪਤ ਅਤੇ ਟਿਕਾਊ ਖਪਤ ਦੇ ਵਿੱਚ ਅੰਤਰ ਦੱਸਦੀ ਹਾਂ। ਵੈਰੀ ਇੰਟਰਸਟਿੰਗ ਸਟੂਡੈਂਟਸ, ਜਦੋਂ ਅਸੀਂ ਛੋਟੇ ਸੀ, ਠੀਕ ਹੈ, ਜਦੋਂ ਅਸੀਂ ਮਾਰਕੀਟ ਜਾਂਦੇ ਸੀ ਜਾਂ ਸਾਡੇ ਪੇਰੈਂਟਸ ਸਾਨੂੰ ਮਾਰਕੀਟ ਕੁਝ ਸਮਾਨ ਲਿਆਉਣ ਵਾਸਤੇ ਭੇਜਦੇ ਸੀ, ਅਸੀਂ ਹਮੇਸ਼ਾ ਕੱਪੜੇ ਦਾ ਥੈਲਾ ਲੈ ਕੇ ਜਾਂਦੇ ਸੀ ਜਿਸ ਦੇ ਵਿੱਚ ਅਸੀਂ ਸਮਾਨ ਪਾ ਕੇ ਲੈ ਕੇ ਆਉਂਦੇ ਸੀ। ਠੀਕ ਹੈ, ਇਹ ਹੈ ਇੱਕ ਟਿਕਾਊ ਖਪਤ ਰਿਸੋਰਸਿਸ ਦੀ। ਅੱਜ ਕੱਲ੍ਹ ਕੀ ਹੋ ਰਿਹਾ ਹੈ ਕਿ ਅਸੀਂ ਮਾਰਕੀਟ ਦੇ ਵਿੱਚ ਕੋਈ ਵੀ ਸਮਾਨ ਲੈਣ ਜਾਂਦੇ ਹਾਂ, ਥੈਂਕ ਯੂ ਲੱਗੇ ਹੋਏ ਲਿਫਾਫੇ ਦੇ ਵਿੱਚ ਸਮਾਨ ਪਾ ਕੇ ਘਰੇ ਲੈ ਕੇ ਆਉਂਦੇ ਹਾਂ, ਆ ਕੇ ਸਮਾਨ ਅਸੀਂ ਡੱਬਿਆਂ ਵਿੱਚ ਪਾ ਲੈਂਦੇ ਹਾਂ, ਲਿਫਾਫੇ ਸੱਟ ਦਿੰਦੇ ਹਾਂ। ਠੀਕ ਹੈ, ਅਨਟਿਕਾਊ ਖਪਤ। ਠੀਕ ਹੈ, ਮਿਸਯੂਜ਼ ਆਫ ਰਿਸੋਰਸਿਸ। ਕੀ ਤੁਸੀਂ ਜਾਣਦੇ ਹੋ ਇਹ ਥੈਲੇ ਬਣਾਉਣ ਲੱਗਿਆਂ, ਪਲਾਸਟਿਕ ਦੇ ਪੋਲੀਥੀਨ ਦੇ ਬੈਗਸ ਬਣਾਉਣ ਲੱਗਿਆਂ ਕਿੰਨੀ ਐਨਰਜੀ ਲੱਗਦੀ ਹੈ ਕਾਰਖਾਨਿਆਂ ਦੇ ਵਿੱਚ, ਕਿੰਨੇ ਸਾਡੇ ਰਿਸੋਰਸਿਸ ਲੱਗਦੇ ਨੇ, ਬਿਜਲੀ ਲੱਗਦੀ ਹੈ। ਠੀਕ ਹੈ, ਔਰ ਐਸੇ ਕਰਕੇ ਹੁਣ ਨੇ ਕੁਛ ਜਗ੍ਹਾ 'ਤੇ ਬੈਨ ਵੀ ਹੋ ਰਹੇ ਨੇ ਪਲਾਸਟਿਕ, ਇਹ ਨੋਨ ਬਾਇਓਡੀਗ੍ਰੇਬਲ ਨੇ। ਠੀਕ ਹੈ, ਸਾਡੇ ਈਕੋਸਿਸਟਮ ਦੇ ਵਿੱਚ ਬਹੁਤ ਹੀ ਖਤਰਨਾਕ ਪੱਧਰ 'ਤੇ ਵੱਧ ਚੁੱਕੇ ਨੇ। ਇਸੇ ਤਰ੍ਹਾਂ ਪਹਿਲਾਂ ਜਿਹੜਾ ਹੈ ਮਾਰਕੀਟ ਦੇ ਵਿੱਚ ਅਗਰ ਕਦੇ ਕਿਸੇ ਨੇ ਚਾਹ ਪੀਣੀ ਹੈ, ਸ਼ਾਪਸ ਦੇ ਉੱਤੇ ਮਿੱਟੀ ਦੇ ਬਰਤਨ ਹੁੰਦੇ ਸੀ, ਅੱਜ ਕੱਲ੍ਹ ਸਟਾਇਰੋਫੋਮ ਦੇ ਡਿਸਪੋਜ਼ੇਬਲ ਗਲਾਸ ਨੇ। ਪਹਿਲਾਂ ਫੈਕਟਰੀਆਂ ਦੇ ਵਿੱਚ ਗਲਾਸ ਬਣਾਓ, ਪੈਸਾ ਲਗਾ ਕੇ ਬਣਾਓ, ਐਨਰਜੀ ਲਗਾਓ, ਉਸ ਤੋਂ ਬਾਅਦ ਇਹਨਾਂ ਗਲਾਸਾਂ ਨੂੰ ਸੱਟ ਦਿਓ। ਠੀਕ ਹੈ, ਬਟ ਇਟ ਇਜ਼ ਵੈਰੀ ਬੈਡ। ਠੀਕ ਹੈ, ਇਹ ਵੀ ਯੂਜ਼ ਨਹੀਂ ਕਰਨੇ ਚਾਹੀਦੇ, ਦੇ ਆਰ ਗੁੱਡ। ਘਰ ਦੇ ਥੈਲੇ ਯੂਜ਼ ਕਰੋ, ਹੋ ਸਕੇ ਤਾਂ ਉਹ ਜਿਹੇ ਪੋਟਸ ਯੂਜ਼ ਕਰੋ ਜਿਨ੍ਹਾਂ ਨੂੰ ਬਣਾਉਣ ਵਿੱਚ ਜਿਹੜਾ ਹੈ ਸਾਡਾ ਈਕੋਸਿਸਟਮ, ਜਿਵੇਂ ਪਿਛਲੇ ਲੈਸਨ ਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਸੀ ਈਕੋ ਮਾਰਕ, ਮਿੱਟੀ ਦਾ ਘੜਾ। ਉਹਦਾ ਕੀ ਮਤਲਬ ਸੀ ਕਿ ਮਿੱਟੀ ਦੇ ਜਿੰਨੇ ਵੀ ਬਰਤਨ ਬਣਾਉਣ ਲੱਗਿਆ ਕੋਈ ਐਨਰਜੀ ਜ਼ਿਆਦਾ ਯੂਜ਼ ਨਹੀਂ ਹੁੰਦੀ। ਠੀਕ ਹੈ, ਨਾ ਹੀ ਕੋਈ ਉਹਦੇ 'ਤੇ ਜ਼ਿਆਦਾ ਜਿਹੜਾ ਹੈ ਪੈਸਾ ਲੱਗਦਾ ਹੈ। ਸੋ ਇਹ ਹੈ ਟਿਕਾਊ ਖਪਤ, ਇਹ ਹੈ ਅਨਟਿਕਾਊ ਖਪਤ। ਹੁਣ ਤੁਹਾਨੂੰ ਆਈ ਥਿੰਕ ਕਿ ਸਮਝ ਲੱਗ ਗਿਆ ਹੋਏਗਾ ਕਿ ਸਸਟੇਨੇਬਲ ਜਿਹੜੀ ਹੈ ਕੰਜ਼ੰਪਸ਼ਨ ਔਰ ਅਨਸਸਟੇਨੇਬਲ ਕੰਜ਼ੰਪਸ਼ਨ ਵਿੱਚ ਕੀ ਡਿਫਰੈਂਸ ਹੈ। ਇਸੇ ਤਰ੍ਹਾਂ ਬੇਟੇ ਪਹਿਲਾਂ ਕੱਚ ਦੀਆਂ ਬੋਤਲਾਂ ਦੇ ਵਿੱਚ ਕੋਲਡ ਡਰਿੰਕਸ ਮਿਲਦੀਆਂ ਸੀ। ਅਗਰ 20 ਰੁਪੀਜ਼ ਦੀ ਬੋਟਲ ਹੈ ਤਾਂ ਸ਼ਾਪਕੀਪਰ 25 ਰੁਪੀਜ਼ ਪਹਿਲਾਂ ਲੈਂਦਾ ਸੀ ਕਿ ਜਦੋਂ ਬੋਟਲ ਵਾਪਸ ਕਰੋਗੇ 5 ਰੁਪਏ ਉਦੋਂ ਮਿਲਣਗੇ। ਠੀਕ ਹੈ, ਅੱਜ ਕੱਲ੍ਹ ਕੀ ਨੇ ਡਿਸਪੋਜ਼ੇਬਲ ਬੋਟਲਸ ਨੇ, ਪਾਣੀ ਲਓ, ਕੋਲਡ ਡਰਿੰਕ ਲਓ, ਬੋਟਲ ਫੈਂਕ ਦਿਓ ਜਿੱਥੇ ਮਰਜ਼ੀ। ਵੈਰੀ ਬੈਡ ਹੈਬਿਟਸ। ਸਮੁੰਦਰ ਸਾਡੇ ਭਰੇ ਪਏ ਨੇ ਪਲਾਸਟਿਕ ਨਾਲ। ਠੀਕ ਹੈ, ਇੱਕ ਹੋਰ ਐਗਜ਼ਾਮਪਲ ਬੁੱਕ ਵਿੱਚ ਬੜੀ ਪਿਆਰੀ ਦਿੱਤੀ ਹੋਈ ਹੈ, ਛੋਟੇ ਬੱਚਿਆਂ ਦੇ ਡਾਇਪਰਸ। ਪਹਿਲਾਂ ਕੱਪੜੇ ਦੇ ਇਸ ਤਰ੍ਹਾਂ ਦੇ ਡਾਇਪਰਸ ਚੱਲਦੇ ਸੀ, ਅੱਜ ਕੱਲ੍ਹ ਡਿਸਪੋਜ਼ੇਬਲ ਡਾਇਪਰਸ ਨੇ। ਪਹਿਲਾਂ ਫੈਕਟਰੀਆਂ 'ਚ ਡਾਇਪਰਸ ਬਣਨਗੇ ਫਿਰ ਸੱਟ ਦਿੱਤੇ ਜਾਣਗੇ। ਠੀਕ ਹੈ, ਔਰ ਇਹ ਵੀ ਨੋਨ ਬਾਇਓਡੀਗ੍ਰੇਬਲ ਨੇ, ਬਾਇਓਡੀਗ੍ਰੇਬਲ ਇਹ ਡੀਗ੍ਰੇਡ ਹੁੰਦੇ ਹੀ ਨਹੀਂ। ਠੀਕ ਹੈ, ਸੋ ਇਹ ਡਿਪੈਂਡ ਕਰਦਾ। ਔਰ ਅੱਜ ਹਾਲਾਤ ਇਹ ਨੇ ਕਿ ਅਸੀਂ ਉਹਨੇ ਜਿਹੜੀਆਂ ਚੀਜ਼ ਐਨਰਜੀ ਲਗਾ ਰਹੇ ਹਾਂ ਉਹਨਾਂ ਚੀਜ਼ਾਂ 'ਤੇ ਜਿਨ੍ਹਾਂ ਨੂੰ ਅਸੀਂ ਇੱਕ ਵਾਰੀ ਬਣਾ ਕੇ ਫਿਰ ਸੁੱਟਣਾ। ਠੀਕ ਹੈ, ਸੋ ਇਹ ਬਹੁਤ ਹੀ ਸੋਚਣ ਦਾ ਵਿਸ਼ਾ ਹੈ। ਹੁਣ ਟਿਕਾਊ ਖਪਤ ਦੇ ਕੀ ਅਵਰੋਧਕ ਨੇ, ਕਿਹੜੀਆਂ ਮੁਸ਼ਕਿਲਾਂ ਆ ਰਹੀਆਂ ਨੇ ਸਾਨੂੰ ਇਸ ਨੂੰ ਅਪਣਾਉਣ ਵਿੱਚ। ਜਾਗਰੂਕਤਾ ਦੀ ਕਮੀ ਹੈ, ਟ੍ਰੇਨਿੰਗ ਦੀ ਕਮੀ ਹੈ, ਸਮਾਜ ਤੋਂ ਮਦਦ ਦੀ ਘਾਟ ਹੈ, ਸਰਕਾਰ ਅਤੇ ਉਦਯੋਗ ਨੇ ਜਿਹੜੇ
ਉਹਨਾਂ 'ਤੇ ਵੀ ਕੁਝ ਪਾਬੰਦੀ ਲੱਗਣੀ ਚਾਹੀਦੀ ਹੈ। ਅਟਿਕਾਊ ਸੋਚ ਅਤੇ ਸੁਭਾਅ ਹੈ। ਠੀਕ ਹੈ, ਹੁਣ ਜਿਵੇਂ ਮੈਂ ਐਗਜ਼ਾਮਪਲ ਦਿਆਂ, ਅੱਜ ਕੱਲ੍ਹ ਦੀ ਜਨਰੇਸ਼ਨ ਹੈ ਜਿਹੜਾ ਬੈਗ ਜਿਹੜਾ ਹੈ ਕੱਪੜੇ ਦਾ ਬੈਗ, ਕੁਛ ਐਸੇ ਨੇ ਕਿ ਜਿਹੜਾ ਕੱਪੜੇ ਦਾ ਬੈਗ ਚੁੱਕਣਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਨੇ। ਸੋ ਅਟਿਕਾਊ ਸੋਚ ਹੋ ਗਈ ਨਾ ਇਹ। ਟਿਕਾਊ ਉਤਪਾਦਾਂ ਦੇ ਬਦਲ ਅਤੇ ਸੇਵਾਵਾਂ ਦੀ ਘਾਟ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਸਸਟੇਨੇਬਲ ਕੰਜ਼ੰਪਸ਼ਨ ਦੇ ਵਿੱਚ ਰੋੜਾ ਬਣ ਕੇ ਖੜੀਆਂ ਹਨ। ਇੱਥੇ ਫਿਰ ਅਸੀਂ ਓਸਲੋ ਸਿੰਪੋਜ਼ੀਅਮ ਦੇ ਵਿੱਚ ਕੁਝ ਗੱਲਾਂ ਨੂੰ ਰਿਪੀਟ ਕਰਦੇ ਹਾਂ ਕਿ ਉਹਨਾਂ ਨੇ ਕਿਹਾ ਕਿ ਅਗਰ ਸਸਟੇਨੇਬਲ ਜਿਹੜੀ ਹੈ ਕੰਜ਼ੰਪਸ਼ਨ ਹੈ ਤਾਂ ਉਹਦੇ ਵੀ ਹੋਏਗੀ ਤਾਂ ਨਵਿਆਨਯੋਗ ਜਿਹੜੇ ਸਾਡੇ ਨਵਿਆਨਯੋਗ ਜਿਹੜੇ ਸਾਡੇ ਕੁਦਰਤੀ ਸੋਮੇ ਨੇ ਉਹ ਬਚੇ ਰਹਿਣਗੇ। ਠੀਕ ਹੈ, ਲੋਕਲ ਵਾਹਨਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ, ਆਪਣੀਆਂ ਗੱਡੀਆਂ ਨਾ ਚੱਕੋ। ਅਗਰ ਪਬਲਿਕ ਟਰਾਂਸਪੋਰਟ ਹੈ ਤਾਂ ਉਹਦਾ ਯੂਜ਼ ਕਰੋ। ਵਿਅਰਥ ਪਦਾਰਥਾਂ ਦੀ ਮੁੜ ਵਰਤੋਂ ਕਰੋ। ਪੈਕਿੰਗ ਸਮੱਗਰੀ ਦੀ ਘੱਟ ਵਰਤੋਂ ਕਰੋ। ਵਾਤਾਵਰਣ ਦੇ ਨਾਲ ਸੁਮੇਲ ਰੱਖਦੇ ਹੋਏ ਉਤਪਾਦਾਂ ਦੀ ਵੱਧ ਵਰਤੋਂ ਕਰੋ, ਜਿਵੇਂ ਅਸੀਂ ਕੱਪੜੇ ਦੇ ਥੈਲੇ ਦੀ ਗੱਲ ਕੀਤੀ। ਠੀਕ ਹੈ, ਮਿੱਟੀ ਦੇ ਚਾਹ ਦੇ ਗਲਾਸ ਦੀ ਗੱਲ ਕੀਤੀ। ਵਿਅਰਥ ਪਾਣੀ ਨੂੰ ਮਾਤਰਾ ਨੂੰ ਘਟਾਉਣਾ। ਠੀਕ ਹੈ, ਉਤਪਾਦ ਵਿੱਚ ਵਾਤਾਵਰਣ ਨੂੰ ਨੁਕਸਾਨ ਪੈਦਾ ਕਰਨ ਵਾਲੇ ਪਦਾਰਥਾਂ ਦਾ ਘੱਟ ਇਸਤੇਮਾਲ ਕਰਨਾ। ਕਲੀਅਰ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਆਪਣੇ ਵਾਤਾਵਰਣ ਨੂੰ ਸੇਵ ਕਰ ਸਕਦੇ ਹਾਂ। ਹੁਣ ਬੇਟੇ ਆਂਦਾ ਹੈ ਕਿ ਕੁਆਲਿਟੀ ਆਫ ਲਾਈਫ ਜਿਹੜੀ ਅਸੀਂ ਅੱਜ ਜੀ ਰਹੇ ਹਾਂ, ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਉਹ ਲਾਈਫ ਬਚੇਗੀ। ਯੈਸ, ਬਿਲਕੁਲ। ਅਗਰ ਅਸੀਂ ਸਸਟੇਨੇਬਲ ਡਿਵੈਲਪਮੈਂਟ ਔਰ ਸਸਟੇਨੇਬਲ ਕੰਜ਼ੰਪਸ਼ਨ ਦੇ ਰੂਲਸ ਨੂੰ ਫੋਲੋ ਕਰਾਂਗੇ। ਠੀਕ ਹੈ, ਇੱਥੇ ਸਾਨੂੰ ਇਹ ਸਮਝਣਾ ਪਏਗਾ ਕਿ ਸਾਡੀਆਂ ਜ਼ਰੂਰਤਾਂ ਕੀ ਨੇ ਬੇਸਿਕ, ਔਰ ਸਾਨੂੰ ਆਪਣੀਆਂ ਇੱਛਾਵਾਂ 'ਤੇ ਕਿਵੇਂ ਕੰਟਰੋਲ ਕਰਨਾ ਹੈ, ਔਰ ਕਿਹੜੇ ਸੁੱਖ ਸਾਧਨ ਨੇ ਜਿਹੜੇ ਕਿ ਅਸੀਂ ਇਸਤੇਮਾਲ ਸਾਨੂੰ ਕਰਨੇ ਚਾਹੀਦੇ ਨੇ। ਠੀਕ ਹੈ, ਜ਼ਰੂਰਤਾਂ ਕਦੋਂ ਇੱਛਾਵਾਂ ਵਿੱਚ ਬਦਲ ਜਾਂਦੀਆਂ ਨੇ, ਇਹ ਕਹਿਣਾ ਥੋੜ੍ਹਾ ਜਿਹਾ ਕਠਿਨ ਹੈ। ਇਸ ਪ੍ਰਸ਼ਨ ਦਾ ਉੱਤਰ ਦੇਣਾ ਬਹੁਤ ਕਠਿਨ ਹੈ ਕਿ ਸਾਡੀਆਂ ਬੇਸਿਕ ਜ਼ਰੂਰਤਾਂ ਤੋਂ ਹਟ ਕੇ ਅਸੀਂ ਦਿਖਾਵੇ ਵਾਸਤੇ ਕਦੋਂ ਆਪਣੀਆਂ ਇੱਛਾਵਾਂ ਦੇ ਨੂੰ ਆਪਣੇ ਉੱਪਰ ਹਾਵੀ ਕਰ ਲੈਂਦੇ ਹਾਂ। ਤਾਂ ਇਹਦੇ ਵਾਸਤੇ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਂਦੀ ਹਾਂ। ਕਰਿਓਨ ਟਾਪੂ ਦੀ ਸਟੋਰੀ ਹੈ। ਠੀਕ ਹੈ, ਇੱਕ ਬਹੁਤ ਹੀ ਬਿਊਟੀਫੁਲ ਟਾਪੂ ਸੀ, ਆਈਲੈਂਡ ਸੀ। ਉੱਥੇ ਜਿਹੜੇ ਹੈ 7000 ਦੇ ਤਕਰੀਬਨ ਪੋਪੂਲੇਸ਼ਨ ਸੀ। ਆਪਣਾ ਹੀ ਉੱਥੇ ਉਹ ਲੋਕਲ ਖੇਤੀਬਾੜੀ ਕਰਦੇ ਸੀ, ਫਰੂਟ ਸਬਜ਼ੀਆਂ ਜੋ ਵੀ ਹੈ ਉੱਥੇ ਉਗਾ ਕੇ ਆਪਣਾ ਉਹ ਪਾਲਣ ਪੋਸ਼ਣ ਕਰਦੇ ਸੀ। ਠੀਕ ਹੈ, ਵਾਤਾਵਰਣ ਬਹੁਤ ਸਵੱਛ ਸੀ ਉੱਥੇ। ਇੱਕ ਦਿਨ ਉੱਥੇ ਇੱਕ ਸਮੁੰਦਰੀ ਜਹਾਜ਼ ਆਇਆ। ਉਸ ਨੇ ਉਸ ਟਾਪੂ 'ਤੇ ਜਿਹੜਾ ਹੈ ਕੁਝ ਦਿਨ ਉੱਥੇ ਬਤੀਤ ਕੀਤੇ, ਔਰ ਉੱਥੇ ਉਹਨਾਂ ਨੇ ਦੇਖਿਆ ਕਿ ਇੱਥੇ ਤਾਂ ਪੈਟਰੋਲੀਅਮ ਦੇ ਭੰਡਾਰ ਨੇ, ਇੱਥੇ ਤਾਂ ਜਿਹੜੀਆਂ ਫਾਸਫੇਟਸ ਦੀਆਂ ਇੰਨੀਆਂ ਇੰਪੋਰਟੈਂਟ ਚਟਾਨਾਂ ਨੇ। ਉਹਨਾਂ ਨੇ ਉੱਥੋਂ ਦੇ ਲੋਕਾਂ ਨੂੰ ਲਾਲਚ ਦਿੱਤਾ ਕਿ ਅਸੀਂ ਤੁਹਾਨੂੰ ਪੈਸਾ ਦਿਆਂਗੇ, ਅਸੀਂ ਤੁਹਾਨੂੰ ਸੁੱਖ ਸੁਵਿਧਾਵਾਂ ਦੇ ਹਰ ਇੱਕ ਸਾਧਨ ਮੁਹੱਈਆ ਕਰਾਵਾਂਗੇ, ਲੇਕਿਨ ਅਸੀਂ ਤੁਹਾਡੇ ਇਸ ਟਾਪੂ ਤੋਂ ਪੈਟਰੋਲ ਕੱਢਣਾ ਹੈ, ਤੁਹਾਨੂੰ ਰੁਜ਼ਗਾਰ ਮਿਲੇਗਾ, ਤੁਸੀਂ ਹੁਣ ਪੱਖਿਆਂ ਥੱਲੇ ਸੌਂਦੇ ਹੋ, ਤੁਹਾਨੂੰ ਏਸੀ ਮਿਲਣਗੇ, ਮਾਈਕ੍ਰੋਵੇਵ ਮਿਲਣਗੇ, ਅਵਨ ਮਿਲਣਗੇ। ਠੀਕ ਹੈ, ਵੱਡੇ ਵੱਡੇ ਫਰਿੱਜ ਤੁਸੀਂ ਖਰੀਦ ਸਕਦੇ ਹੋ। ਸੋ ਉੱਥੇ ਸ਼ਿਪਸ ਦੀ ਆਵਾਜਾਈ ਸ਼ੁਰੂ ਹੋ ਗਈ, ਉੱਥੇ ਫੈਕਟਰੀਆਂ ਲੱਗ ਗਈਆਂ, ਉੱਥੇ ਅਰਬਨਾਈਜੇਸ਼ਨ ਹੋ ਗਈ, ਉੱਥੇ 2000 ਹੋਰ ਬਾਹਰੋਂ ਲੋਕੀ ਕੰਮ ਕਰਨ ਵਾਸਤੇ ਆ ਗਏ, ਔਰ ਉਸ ਆਈਲੈਂਡ ਦਾ ਜਿਹੜਾ ਇਨਵਾਇਰਮੈਂਟ ਸੀ ਉਹ ਬਿਲਕੁਲ ਖ਼ਰਾਬ ਹੋ ਗਿਆ। ਲੋਕਾਂ ਨੂੰ ਜਿਹੜਾ ਹੈ ਆਪਣੀ ਸੁੱਖ ਸੁਵਿਧਾਵਾਂ ਜਿਹੜੀਆਂ ਉਹ ਜ਼ਿਆਦਾ ਅੱਛੀਆਂ ਲੱਗਣ ਲੱਗ ਗਈਆਂ ਇਨਵਾਇਰਮੈਂਟ ਤੋਂ। ਠੀਕ ਹੈ, ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਜਿਹੜਾ ਹੈ ਉਹ ਇਨਕਰੀਜ਼ ਹੋ ਗਿਆ। ਸਟੈਂਡਰਡ ਆਫ ਲਿਵਿੰਗ, ਠੀਕ ਹੈ, ਮਿਆਰ, ਜ਼ਿੰਦਗੀ ਦਾ ਮਿਆਰ ਉਹਨਾਂ ਦਾ ਉੱਚਾ ਹੋ ਗਿਆ, ਲੇਕਿਨ ਉਹਨਾਂ ਦੀ ਕੁਆਲਿਟੀ ਆਫ ਲਾਈਫ ਘਟ ਗਈ। ਓਬੈਸਿਟੀ ਵੱਧ ਗਈ, ਮੋਟਾਪਾ ਆਉਣ ਲੱਗ ਗਿਆ ਉੱਥੋਂ ਦੇ ਲੋਕਾਂ 'ਚ। ਹਰ ਘਰ ਦੇ ਵਿੱਚ BP ਦੇ ਮਰੀਜ਼ ਹੋਣ ਲੱਗ ਗਏ। ਠੀਕ ਹੈ, ਸ਼ੂਗਰ ਹੋਣ ਲੱਗ ਗਈ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਕਿਸ ਚੀਜ਼ ਦੀਆਂ ਆਦਤਾਂ ਪੈ ਗਈਆਂ, ਉਹਨਾਂ ਨੂੰ ਸੁੱਖ ਸੁਵਿਧਾਵਾਂ ਦੀਆਂ ਆਦਤਾਂ ਪੈ ਗਈਆਂ। ਠੀਕ ਹੈ, ਉਹਨਾਂ ਨੇ ਵਾਤਾਵਰਣ ਨੂੰ ਅੱਖੋਂ ਪਰੋਖੇ ਕਰਨਾ ਸ਼ੁਰੂ ਕਰ ਦਿੱਤਾ। ਹੁਣ ਤੁਸੀਂ ਇਹ ਦੱਸੋ ਸਟੂਡੈਂਟਸ ਕਿ ਉਹਨਾਂ ਦੇ ਜੀਵਨ ਪੱਧਰ ਦੇ ਵਿੱਚ ਜਿਹੜਾ ਕੁਆਲਿਟੀ ਆਫ ਲਾਈਫ ਇਨਕਰੀਜ਼ ਹੋਈ ਕਿ ਕੁਆਲਿਟੀ ਆਫ ਲਾਈਫ ਡਿਕਰੀਜ਼ ਹੋਈ? ਇਹ ਸੋਚ ਕੇ ਤੁਸੀਂ ਆਪਣੀ ਕਾਪੀ ਦੇ ਉੱਪਰ ਇਹ ਆਨਸਰ ਲਿਖਣਾ ਹੈ। ਠੀਕ ਹੈ, ਮੇਰੇ ਅਕੋਰਡਿੰਗਲੀ ਉਹਨਾਂ ਦੀ ਕੁਆਲਿਟੀ ਆਫ ਲਾਈਫ ਹੈ ਜਿਹੜੀ ਉਹ ਡਿਕਰੀਜ਼ ਹੋ ਗਈ। ਸਟੈਂਡਰਡ ਆਫ ਲਿਵਿੰਗ ਉਹਨਾਂ ਦਾ ਇਨਕਰੀਜ਼ ਹੋਇਆ, ਲੇਕਿਨ ਲਾਈਫ ਦਾ ਮਿਆਰ ਹੈ ਜਿਹੜਾ ਉਹ ਘਟ ਗਿਆ, ਕਿਉਂਕਿ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਗਈਆਂ। ਸੋ ਬੇਟੇ,
एंड ते मैं यही कह सकती हाँ कि जिहड़ा है सस्टेनेबल डिवेलपमेंट एंड सस्टेनेबल कंजम्पशन जिहड़ी है बहुत इंपॉर्टेंट है। सो ऐसे ध्यान नूं ऐसे पॉइंट्स नूं ध्यान विच रखते हुए UNDP यूनाइटेड नेशन डिवेलपमेंट प्रोग्राम्स ने HDI जिहड़ा है एक मानक दिता, ह्यूमन डिवेलपमेंट इंडेक्स। ह्यूमन डिवेलपमेंट इंडेक्स का मतलब है कि अगर किसी की जिहड़ी है स्टैंडर्ड ऑफ लिविंग इनक्रीज़ हो रहा है तो 3 चीज़ां देखो कि वो स्टैंडर्ड ऑफ लिविंग के नाल 3 चीज़ां भी इनक्रीज़ हो रही हैं कि वो आस पास का वातावरण है जिहड़ा वो स्वच्छ है, कि उसनूं प्रॉपर एजुकेशन मिल रही है, उसके बच्चे नूं एजुकेशन मिल रही है, कि उसकी PPP ठीक है परचेजिंग पावर पैरिटी ठीक है पर व्यक्ति परचेजिंग पावर पैरिटी है जिहड़ी वो एक स्टैंडर्ड के अकॉर्डिंगली है। अगर ये तीनों चीज़ां है तो वह HDI मैक्सीमम है, असीं कहांगे कि वो क्वालिटी ऑफ लाइफ अच्छी है। लेकिन अगर इन्हां दे विच्चों वातावरण का डिग्रेडेशन हो रहा तो HDI इंडेक्स थल्ले आ जाएगा, ह्यूमन डिवेलपमेंट इंडेक्स। ठीक है, GDP का मतलब ग्रॉस डिवेलपमेंट प्रोडक्टिविटी। एक बेटे हुंदी है ग्रॉस डिवेलपमेंट प्रोडक्टिविटी हुंदी है कि तुसी अपनी कंट्री दे विच जिहड़े उत्पाद बना के बेच रहे हो एक साल दे विच उहदा कितना मुनाफा हो रहा है। एक हुंदी है GNP कि तुसी अपनी कंट्री दे विच भी उत्पाद बना रहे हो और वो उत्पाद तुसी फॉरन दे विच भी सेल कर रहे हो। ठीक है, और उस तो बाद एक साल बाद कितना तुहानूं प्रॉफिट हुंदा है उसनूं असीं कहने आ GNP। ठीक है, सो टिकाऊ विकास ਦੇ 3 ਨਿਸ਼ਾਨਿਆਂ ਦੀ ਪ੍ਰਾਪਤੀ ਹੋਣੀ ਚਾਹੀਦੀ ਹੈ, ਸਮਾਜਿਕ ਉન્નਤੀ ਹੋਣੀ ਚਾਹੀਦੀ ਹੈ, ਹਰੇਕ ਦੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਵਾਤਾਵਰਣ ਦੀ ਸੁਰੱਖਿਆ ਅਤੇ ਕੁਦਰਤੀ ਸਾਧਨਾਂ ਦੀ ਯੋਗ ਵਰਤੋਂ ਹੋਣੀ ਚਾਹੀਦੀ ਹੈ, ਆਰਥਿਕ ਵਾਧੇ ਅਤੇ ਰੁਜ਼ਗਾਰ ਦੇ ਇਕਸਾਰ ਜਿਹੜੇ ਨੇ ਮੌਕੇ ਅਵਸਰ ਸਾਰਿਆਂ ਨੂੰ ਮਿਲਣੇ ਚਾਹੀਦੇ ਨੇ। ਸੋ ਬੇਟੇ ਇਹ ਤਾਂ ਸੀ ਸਾਡਾ ਅੱਜ ਦਾ ਚੈਪਟਰ ਸਸਟੇਨੇਬਲ ਡਿਵੈਲਪਮੈਂਟ। ਹੁਣ सो बैक एक्सरसाइज ने वो तुसी सारियां जड़ियां कॉपी के उपर नोट करनियां बेटे। कोई भी ऐसा क्वेश्चन नहीं है जिहड़ा कि असी इत्थे डिस्कस नहीं किया है। आई होप कि ये सारे क्वेश्चनस ने जिहड़े तुहानूं इन्हां दे आंसर्स इस वीडियो दे विच्चों और जिहड़े मैं नोट्स बनाए ने उन्हां दे विच्चों मिल जाणगे। ये स्मॉल आंसर क्वेश्चनस ने, ये लॉन्ग आंसर क्वेश्चनस ने। थैंक यू, हैव ए नाइस डे। वी विल टेक अप द न्यू चैप्टर in the next lecture. Have a nice day.